सत श्री अकाल जी, मैं स्वागत सक्सेना पंजाबी खबरां वेख रहे आप सब का स्वागत करते। खबरां शुरुआत करांगे पर उस तो पहले हेडलाइंस ते खेती कानूनां खिलाफ किसानां दा संघर्ष जारी। पंजाब दीआं किसान जथेबंदियां ने बनाई 5 मैंबरी कमेटी। केंद्र सरकार वालों भेजे पत्र बाबत फैसला करने लई अज होवेगी बैठक। किसान संघर्ष में शामिल होने लई बरेली तो दिल्ली आ रहे किसानों ਨੂੰ यूपी पुलिस वालों रोकਣ ਦਾ मामला गरमाया। दिल्ली कमेटी प्रधान मनजिंदर सिंह सिरसा रामपुर मुरादाबाद टोल प्लाजे ते पहुंच के चुकिया मामला। पंजाब में पिछले 24 घंटे दौरान कोरोना कारण 299 नवे केस आए सामने। एक्टिव मरीजों की गिनती वध के हुई 7634। शुरुआत करांगे। बीते दिनी केंद्र सरकार वालों किसान जथेबंदियां नूं गलबात करन बाबत चिट्ठी भेजी गई सी, जिससे किसान जथेबंदियां ने विचार वटांदरा किया है। किसान जथेबंदियां ने करीब 7 घंटे तक मंथन किया है, जिस तो बाद किसान जथेबंदियां ने प्रेस कॉन्फ्रेंस की थी। प्रेस कॉन्फ्रेंस दौरान किसान जथेबंदियां ने कहा है कि उन्होंने 32 किसान जथेबंदियां विचों ही एक 5 मैंबरी कमेटी बनाई है। यह 5 मैंबरी कमेटी एक बार फिर इस मुद्दे ते विचार करेगी ते अज दोपहर 2 बजे इस ते अपना फैसला दसेगी कि सरकार नाल बैठक करनी है या नहीं। जथेबंदियां ने कहा है कि 23 नूं किसान दिहाड़ा ਅਤੇ 26-27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਜਾਵੇਗਾ। ਸ਼ਹੀਦੀ ਦਿਹਾੜਾ ਸਿੰਘੂ ਅਤੇ ਟਿਕਰੀ ਸਰਹੱਦ ਤੇ ਹੀ ਮਨਾਇਆ ਜਾਵੇਗਾ। ਇਸ ਤੋਂ ਇਲਾਵਾ 25, 26 ਅਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਨਾਕੇ ਫ੍ਰੀ ਕੀਤੇ ਜਾਣਗੇ। बरेली तो किसान संघर्ष में शामिल होने लई दिल्ली आ रहे किसानों ने यूपी पुलिस वालों टोल प्लाजा ते रोकिया गया ते कुछ किसानों ने गिरफ्तार किए जाने दी रिपोर्टां प्राप्त होने ते दिल्ली सिख गुरुद्वारा प्रबंधक कमेटी के प्रधान और श्रोमणी अकाली दल के कौमी बुलारे सरदार मनजिंदर सिंह सिरसा तुरंत रामपुर पहुंचे। इस मौके उन्होंने कहा कि उत्तर प्रदेश पुलिस किसानों नाल धक्का कर रही है, जो बर्दाश्त नहीं किया जा सकता। ਅਸੀਂ ਇਸ ਵੇਲੇ ਰਾਮਪੁਰ ਮੁਰਾਦਾਬਾਦ ਜਿਹੜਾ ਟੋਲ ਆ ਅਸੀਂ ਉਹਦੇ ਤੇ ਖੜੇ ਆ। ਮੈਂ ਸਾਰੇ ਮੀਡੀਆ ਨੂੰ ਬੇਨਤੀ ਕਰਨਾ ਚਾਹੁੰਦਾ ਤਕਰੀਬਨ 600 ਟਰੈਕਟਰ ਟਰਾਲੀ 2000 ਕਿਸਾਨ ਜਿਹੜੇ ਆ ਉਹ ਦਿੱਲੀ ਵੱਲ ਨੂੰ ਚੱਲੇ। यूपी पुलिस ਦੀ ਬਹੁਤ ਵੱਡੀ ਧੱਕੇਸ਼ਾਹੀ ਆ। ਤਕਰੀਬਨ 3-4 ਹਜ਼ਾਰ ਪੁਲਿਸ ਵਾਲਾ ਔਰ ਟਰੱਕ ਰੋਕ ਕੇ ਹਾਈਵੇ ਸਾਰਾ ਬਲੌਕ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਅਧਿਕਾਰ ਆ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ, ਪਰ ਰਸਤਾ ਨਹੀਂ ਕੋਈ ਰੋਕੇਗਾ। ਇਹ ਸੁਪਰੀਮ ਕੋਰਟ ਦੇ ਆਰਡਰ ਦੀ ਵਾਇਲੇਸ਼ਨ ਆ। यूपी ਸਰਕਾਰ ਬਹੁਤ ਧੱਕਾ ਕਰਦੀ ਪਈ ਆ। ਸਾਡੇ ਇੱਕ ਨੌਜਵਾਨ ਨੂੰ ਗੱਡੀ ਦੇ ਅੱਗੇ ਲਿਆ ਕੇ ਕੁੱਟਿਆ, ਉਹਦੀ ਬਾਹ ਟੁੱਟੀ, ਉਹਨੂੰ ਫ੍ਰੈਕਚਰ ਹੋਇਆ ਹੈ। ਮੈਂ ਸਾਰੇ ਪੰਜਾਬੀ ਮੀਡੀਆ ਨੂੰ ਬੇਨਤੀ ਕਰਦਾ ਇਹ ਮੁਰਾਦਾਬਾਦ 'ਚ ਅਸੀਂ ਖੜੇ ਹਾਂ ਔਰ ਮੁਰਾਦਾਬਾਦ ਤੋਂ ਸਾਡੀ ਉਮੀਦ ਕੇਵਲ ਤੁਹਾਡੇ ਤੋਂ ਆ, ਕਿਉਂਕਿ यूपी ਦੇ ਅੰਦਰ ਤੁਸੀਂ ਹਾਲਾਤ ਦੇਖ ਰਹੇ ਜੇ। ਜਿਹੜੇ ਕਿਸਾਨ ਵੀਰ ਪਿੰਡਾਂ 'ਚੋਂ ਨਿਕਲਣਾ ਚਾਹੁੰਦੇ ਨੇ, ਪੁਲਿਸ ਪਿੰਡਾਂ 'ਚ ਬੈਠੀ ਆ। ਜਿਹੜੇ ਵੀ ਪੰਜਾਬੀ ਨਿਕਲਦੇ ਪਏ ਉਹਨਾਂ ਨੂੰ ਘੇਰਦੀ ਪਈ ਆ। ਜਿਹੜਾ ਵੀ ਕਿਸਾਨੀ ਦਾ ਝੰਡਾ ਲੈ ਕੇ ਘੁੰਮਦਾ ਪਿਆ ਉਹਨੂੰ ਅਰੈਸਟ ਕਰਦੀ ਪਈ ਆ। ਬਹੁਤ ਜ਼ਿਆਦਾ ਧੱਕੇਸ਼ਾਹੀ ਇੱਥੇ ਚੱਲਦੀ ਪਈ ਆ। ਸੋ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਮੀਡੀਆ ਸਾਡਾ ਸਾਥ ਦੇਊਗਾ। ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ, ਪਿੱਛੇ ਹਟਿਓ ਜੀ। ਆਹ ਦੇਖੋ ਸਾਰਾ ਹਾਈਵੇ ਬਲੌਕ ਕੀਤਾ ਹੈ। ਲੋਕ ਰੋ ਰਹੇ ਨੇ, ਸਾਰੀਆਂ ਸੜਕਾਂ ਬਲੌਕ ਕਰਕੇ ਔਰ ਖੁਦ ਇੱਥੇ SSP ਇੱਥੇ ਖਲੋਤਾ ਹੈ ਔਰ 3-4 ਹਜ਼ਾਰ ਪੁਲਿਸ ਵਾਲਾ ਔਰ ਸਾਰੇ ਟੈਂਕਰ ਰੋਕ ਕੇ ਦੋਵੇਂ ਪਾਸੇ ਟ੍ਰੈਫਿਕ ਬਲੌਕ ਕਰਤੀ। ਟਰੱਕਾਂ ਦੀਆਂ ਚਾਬੀਆਂ ਕੱਢ ਲੀਆਂ, ਵੱਡੇ ਵੱਡੇ ਕੰਟੇਨਰ ਇੱਥੇ ਲਗਾ ਰੱਖੇ ਨੇ ਔਰ ਜੈਮਰ ਲਗਾ ਕੇ ਔਰ ਇੱਥੇ ਉਹ ਵੀ ਬੰਦ, ਸੋਸ਼ਲ ਮੀਡੀਆ ਨੂੰ ਬਲੌਕ ਕਰ ਰੱਖਿਆ। ਔਰ ਭੁੱਖੇ ਬੰਦੇ ਇਹ 24 ਘੰਟਿਆਂ ਤੋਂ ਜ਼ਿਆਦਾ ਟਾਈਮ ਹੋ ਗਿਆ, 36 ਘੰਟੇ ਹੋ ਗਏ ਚੱਲਿਆਂ ਨੂੰ, ਹੱਥ ਤੋੜਤਾ, ਫ੍ਰੈਕਚਰ ਕਰਤਾ। ਐਸੀ ਤਸ਼ੱਦਦ ਕੀਤੀ ਜਾ ਰਹੀ ਆ। ਮੈਂ ਉਮੀਦ ਕਰਦਾ ਹਾਂ ਕਿ ਸਾਡਾ ਮੀਡੀਆ ਜਿਹੜਾ ਪੰਜਾਬੀ ਮੀਡੀਆ ਇਹ ਜੋ ਸਾਡਾ ਇੱਥੇ ਮੁਰਾਦਾਬਾਦ 'ਚ ਧੱਕੇਸ਼ਾਹੀ ਪੁਲਿਸ ਕਰਦੀ ਪਈ ਆ, ਇਹਨੂੰ ਲੈ ਕੇ ਆਵਾਜ਼ ਉਠਾਊਗੀ। ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। उन्होंने कहा कि सरकार ने पहला संघर्ष करते किसानों को खालिस्तानी अतवादी और फिर नक्सलवाड़ी चीन पाकिस्तान के एजेंट कह के बदनाम करने की कोशिश की सी। हुण उन्होंने आर्थिक तौर उत्ते तोड़न लई उन्होंने परिवारक मैंबरां वल्लों विदेशों विचों कमाए पैसे नूं बैंकां विचों कढवाउण उत्ते पाबंदियां लगा दित्तियां ने। आगुआं ने कहा कि अजिहे गैर जमहूरी कदमां ने मोदी सरकार दे फांसीवादी और तानाशाही चेहरे मोहरे नूं सामने लिया दित्ता है।
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਕਿਸਾਨ ਦਿੱਲੀ ਵਿੱਚ ਸੰਘਰਸ਼ ਕਰ ਰਹੇ ਨੇ, ਉੱਥੇ ਹੀ ਹੁਣ ਪਿੰਡਾਂ ਵਿੱਚ ਵੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਗੁਰਦਾਸਪੁਰ ਪਿੰਡ ਤਿੱਬੜ ਵਿੱਚ ਵੀ ਪਿੰਡ ਵਾਸੀਆਂ ਵੱਲੋਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ। ਕਸਬਾ ਜੋਗਾ ਦੇ ਨੇੜਲੇ ਪਿੰਡ ਬੂਝ ਝੱਬਰ ਦੇ ਕਿਸਾਨਾਂ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਤਹਿਤ ਉਹ ਸ਼ਹੀਦੀ ਜੋੜ ਮੇਲਾ ਹੁਣ ਦਿੱਲੀ ਜਾ ਕੇ ਹੀ ਮਨਾਉਣਗੇ। ਕਿਸਾਨ ਸਿਮਲ ਸਿੰਘ ਝੱਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਅਤੇ ਪਿੰਡ ਬੂਝ ਝੱਬਰ ਦੀ ਸੰਗਤ ਹਰ ਸਾਲ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਮਨਾਉਣ ਲਈ ਜਾਂਦੇ ਨੇ, ਪਰ ਇਸ ਵਾਰ ਉਹ ਸ਼ਹੀਦੀ ਜੋੜ ਮੇਲਾ ਦਿੱਲੀ ਜਾ ਕੇ ਹੀ ਮਨਾਉਣਗੇ। ਉਧਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਚੱਕਦਾਨਾ ਦੇ ਨੌਜਵਾਨਾਂ ਵਿੱਚ ਬਹੁਤ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਨੌਜਵਾਨਾਂ ਦਾ ਇੱਕ ਜਥਾ ਧਰਨੇ ਤੇ ਬੈਠੇ ਕਿਸਾਨਾਂ ਵਾਸਤੇ ਗਰਮ ਕੰਬਲ, ਗਰਮ ਕੱਪੜੇ ਅਤੇ ਟੈਂਟ ਲੈ ਕੇ ਰਵਾਨਾ ਹੋਏ। ਇਹ ਸਾਰਾ ਸਮਾਨ ਉੱਥੇ ਬੈਠੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਤਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਏ ਸਨ। ਹੁਣ ਅਸੀਂ ਉੱਥੇ ਜੋ ਵਸਤਾਂ ਲੋੜੀਂਦੀਆਂ ਨੇ ਉਹ ਦੇਣ ਵਾਸਤੇ ਜਾ ਰਹੇ ਹਾਂ। ਅਸੀਂ ਉਦੋਂ ਤੱਕ ਵਾਪਸ ਘਰਾਂ ਨੂੰ ਨਹੀਂ ਆਵਾਂਗੇ ਜਦੋਂ ਤੱਕ ਸਰਕਾਰ ਵੱਲੋਂ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। ਬਠਿੰਡਾ ਵਿੱਚ ਆੜ੍ਹਤੀਆਂ ਨੇ ਇਨਕਮ ਟੈਕਸ ਵਿਭਾਗ ਦੀ ਰੇਟ ਤੋਂ ਤੰਗ ਆ ਕੇ ਮੰਡੀਆਂ ਬੰਦ ਕਰ ਦਿੱਤੀਆਂ ਨੇ। ਉਹਨਾਂ ਕਿਹਾ ਕਿ ਆੜ੍ਹਤੀ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਸ ਤੇ ਸਾਰੇ ਆੜ੍ਹਤੀ ਇਕਜੁੱਟ ਨੇ। ਇਸ ਮੌਕੇ ਉਹਨਾਂ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੱਤਾ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 18 ਮੌਤਾਂ ਹੋਈਆਂ ਨੇ, ਜਦੋਂ ਕਿ 299 ਨਵੇਂ ਕੇਸ ਸਾਹਮਣੇ ਆ ਚੁੱਕੇ ਨੇ, ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 7634 ਹੋ ਗਈ ਹੈ, ਜਦੋਂ ਕਿ ਸੂਬੇ ਵਿੱਚ ਹੁਣ ਤੱਕ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1,63,665 ਹੋ ਗਈ ਹੈ, ਜਦੋਂ ਕਿ 1,53,382 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ। ਪੰਜਾਬ ਕੈਬਨਿਟ ਮੰਤਰੀ ਓਪੀ ਸੋਨੀ ਪਟਿਆਲਾ ਦੇ ਮੈਡੀਕਲ ਕਾਲਜ ਦਾ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੀ। ਓਪੀ ਸੋਨੀ ਵੱਲੋਂ ਮੈਡੀਕਲ ਕਾਲਜ ਵਿੱਚ 2 ਮਹੀਨੇ ਪਹਿਲਾਂ ਮੀਟਿੰਗ ਕੀਤੀ ਗਈ ਸੀ, ਜਿਸ ਬਾਅਦ ਉਹਨਾਂ ਮੁੜ ਬੈਠਕ ਕਰਕੇ ਮੈਡੀਕਲ ਕਾਲਜ ਦੇ ਕੰਮਾਂ ਦਾ ਰਿਵਿਊ ਲਿਆ। ਉਹਨਾਂ ਕਿਹਾ ਕਿ ਬਾਕੀ ਰਹਿੰਦੇ ਕੰਮ ਜਲਦ ਮੁਕੰਮਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੋਰੋਨਾ ਵੈਕਸੀਨ ਜਨਵਰੀ ਤੱਕ ਆਉਣ ਦੀ ਉਮੀਦ ਹੈ ਤੇ ਜੇਕਰ ਵੈਕਸੀਨ ਆਵੇਗੀ ਤਾਂ ਸਭ ਤੋਂ ਪਹਿਲਾਂ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਦਿੱਤੀ ਜਾਵੇਗੀ। ਪੱਛਮੀ ਬੰਗਾਲ ਵਿੱਚ ਭਾਜਪਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਇਸ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਤੇ ਹਮਲਾ ਕੀਤਾ। ਬੰਗਾਲ ਦੌਰੇ ਤੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਹੀ ਗਈ ਗੱਲ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ। ਮਮਤਾ ਨੇ ਸ਼ਾਹ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਗਲਤ ਤਸਵੀਰ ਪੇਸ਼ ਕੀਤੀ। ਉਹਨਾਂ ਨੇ ਭਾਜਪਾ ਦੇ ਸਿਆਸੀ ਹਿੰਸਾ ਦੇ ਦੋਸ਼ਾਂ ਦਾ ਜਵਾਬ ਵੀ ਦਿੱਤਾ। ਮਮਤਾ ਨੇ ਕਿਹਾ ਕਿ ਸੂਬੇ ਵਿੱਚ ਸਿਆਸੀ ਹਿੰਸਾ ਵਿੱਚ ਕਮੀ ਆਈ ਹੈ। ਉਹਨਾਂ ਨੇ ਸ਼ਾਹ ਤੇ ਹਮਲਾ ਕਰਦੇ ਹੋਏ ਕਿਹਾ ਕਿ ਖੁਦਕੁਸ਼ੀ ਨੂੰ ਵੀ ਸਿਆਸੀ ਕਤਲ ਕਰਾਰ ਦੇ ਦਿੱਤਾ ਜਾਂਦਾ। ਇੰਨਾ ਹੀ ਨਹੀਂ, ਮਮਤਾ ਨੇ ਕਿਹਾ ਕਿ ਭਾਜਪਾ ਪਤੀ ਪਤਨੀ ਦੇ ਝਗੜੇ ਨੂੰ ਵੀ ਸਿਆਸੀ ਦੱਸ ਰਹੀ ਹੈ। ਮਮਤਾ ਨੇ ਕਿਹਾ ਕਿ ਪੱਛਮੀ ਬੰਗਾਲ ਕਈ ਮਾਨਕਾਂ ਤੇ ਕੇਂਦਰ ਦੇ ਅੰਕੜਿਆਂ ਵਿੱਚੋਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਹਨਾਂ ਨੇ ਅੰਕੜੇ ਦੱਸਦੇ ਹੋਏ ਕਿਹਾ ਕਿ ਬੰਗਾਲ 100 ਦਿਨਾਂ ਦਾ ਕੰਮ ਦੇਣ ਵਿੱਚ ਗ੍ਰਾਮੀਣ ਰਿਹਾਇਸ਼ੀ, ਗ੍ਰਾਮੀਣ ਸੜਕ, ਈ ਟ੍ਰੇਡਿੰਗ ਅਤੇ ਈ ਗਵਰਨੈਂਸ ਵਿੱਚ ਪਹਿਲੇ ਨੰਬਰ ਤੇ ਹੈ। ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ 2 ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਸਰੈਂਡਰ ਕਰ ਦਿੱਤਾ ਹੈ। ਦੋਵੇਂ ਲਸ਼ਕਰ ਦੇ ਅੱਤਵਾਦੀ ਨੇ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੇ ਪਰਿਵਾਰਾਂ ਨੂੰ ਬੁਲਾਇਆ ਸੀ। ਪਰਿਵਾਰਾਂ ਨੇ 2 ਅੱਤਵਾਦੀਆਂ ਨੂੰ ਸਰੈਂਡਰ ਕਰਨ ਦੀ ਅਪੀਲ ਕੀਤੀ। ਇਸ ਅਪੀਲ ਨੂੰ ਮੰਨਦਿਆਂ ਦੋਵਾਂ ਨੇ ਸਰੈਂਡਰ ਕਰ ਦਿੱਤਾ ਹੈ। ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਕੋਲੋਂ 2 ਪਿਸਤੌਲ ਤੇ ਕੁਝ ਗੋਲਾ ਬਾਰੂਦ ਬਰਾਮਦ ਹੋਇਆ। ਚੁਣਾਵੀ ਮਾਹੌਲ ਦੌਰਾਨ ਲਸ਼ਕਰ ਦੇ 2 ਅੱਤਵਾਦੀਆਂ ਦਾ ਸਰੈਂਡਰ ਕਰਨਾ ਵੱਡੀ ਗੱਲ ਹੈ। ਭਾਰਤੀ ਸੁਰੱਖਿਆ ਬਲਾਂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਿਰਫ ਗੋਲੀ ਨਾਲ ਨਹੀਂ ਬਲਕਿ ਬੋਲੀ ਨਾਲ ਵੀ ਅੱਤਵਾਦ ਦਾ ਸਫਾਇਆ ਕੀਤਾ ਜਾ ਸਕਦਾ ਹੈ। ਬੀਤੀ ਦੇਰ ਰਾਤ ਲੰਡਨ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
ਰਾਜਸਥਾਨ ਵਿਖੇ ਪਹੁੰਚੀ ਉਡਾਨ ਰਾਹੀਂ ਆਏ 264 ਯਾਤਰੀਆਂ ਵਿੱਚੋਂ 8 ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਉਡਾਨ ਰਾਹੀਂ ਆਉਣ ਵਾਲੇ ਸਾਰੇ ਯਾਤਰੂਆਂ ਦੇ RT-PCR ਟੈਸਟ ਕੀਤੇ ਗਏ ਸਨ। ਉਹਨਾਂ ਟੈਸਟ ਰਿਪੋਰਟਾਂ ਦੀ ਅੱਜ ਰਿਪੋਰਟ ਆਉਣ ਤੇ 6 ਪੁਰਸ਼ ਅਤੇ 2 ਮਹਿਲਾਵਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਨਿਜ਼ਾਮੁਦੀਨ ਵਿਖੇ ਕਰਵਾਏ ਗਏ। ਇਸ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤ ਨੂੰ ਹਰਜਸ ਨਾਲ ਨਿਹਾਲ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਨੇ ਸ਼ਮੂਲੀਅਤ ਕੀਤੀ ਹੈ। ਅੱਜ ਗੁਰਦੁਆਰਾ ਦਮਦਮਾ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਹੀ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸੀ ਤੇ ਅਨੰਦਪੁਰ ਸਾਹਿਬ ਦਾ ਇੱਕ ਰਾਤ ਪਹਿਲੇ ਕਿਲਾ ਛੱਡਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੀ ਵਿਉਂਤਬੰਦੀ ਬਣਾਈ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਜੱਥੇ ਬਣਾ ਕੇ ਭੇਜੇ ਸੀ ਕਿ ਮੁਗਲਾਂ ਨੂੰ ਇਹ ਲੱਗੇ ਕਿ ਪਤਾ ਨਹੀਂ ਕਿੰਨੇ ਅੰਦਰ ਸਿੰਘ ਹੈਗੇ ਨੇ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ। ਤੇ ਅੱਜ ਦਾ ਦਿਨ ਸਾਡਾ ਸਾਨੂੰ ਹੈ ਜਿਹੜੀ ਸ਼ਹਾਦਤਾਂ ਦੇ ਦਿਨ ਨੇ 21 ਤੋਂ ਲੈ ਕੇ ਲਗਾਤਾਰ ਹਫ਼ਤਾ ਚੱਲੇਗਾ ਤੇ ਉਹਦੇ 'ਚ 3 ਪਿਆਰੇ ਤੇ 2 ਸਾਹਿਬਜ਼ਾਦੇ ਸ਼ਹੀਦ ਹੋਏ ਸੀ ਤੇ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਕੋਟੀ-ਕੋਟੀ ਨਮਨ ਕਰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਉੱਥੋਂ ਬਹੁਤ ਸਿੱਖਿਆ ਲੈਣ ਦੀ ਲੋੜ ਹੈ ਕਿਉਂਕਿ ਸਾਡੀ ਜਿਹੜੀ ਪਨੀਰੀ ਹੈ ਉਹਨਾਂ ਨੂੰ ਵੀ ਦੱਸਣ ਦੀ ਲੋੜ ਹੈ ਔਰ ਜਿਸ ਤਰੀਕੇ ਨਾਲ ਜਗ੍ਹਾ ਪ੍ਰੋਗਰਾਮ ਚੱਲਦੇ ਨੇ ਤੇ ਬੱਚਿਆਂ ਨੂੰ ਵੀ ਇਹਦੇ ਸ਼ਮੂਲੀਅਤ ਜ਼ਰੂਰ ਕਰਨੀ ਚਾਹੀਦੀ ਹੈ ਜਿੰਨਾ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ। ਅੱਜ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਹੋਣਾ ਦਾ ਸ਼ਹੀਦੀ ਦਿਵਸ, ਉਹ ਸ਼ਹੀਦੀ ਦਿਵਸ ਜਿਹਨੇ ਸਿੱਖ ਕੌਮ ਦੀਆਂ ਨੀਵਾਂ ਮਜ਼ਬੂਤ ਕੀਤੀਆਂ। ਉਸ ਸ਼ਹੀਦੀ ਦਿਵਸ ਨੂੰ ਜਿੱਥੇ ਕੋਟ ਕਾਰਡ ਪ੍ਰਣਾਮ ਕਰਦੇ ਹਾਂ, ਸੀਸ ਝੁਕਾਉਂਦੇ ਹਾਂ ਗੁਰੂ ਮਹਾਰਾਜ ਦੇ ਉਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ, ਮੈਂ ਸਮਝਦਾ ਕਿ ਚਮਕੌਰ ਦੀ ਜੰਗ ਜਿਹੜੀ ਹੈ ਉਹਨੇ ਦੇਸ਼ ਨੂੰ ਕੀ ਸਿੱਖ ਕੌਮ ਨੂੰ ਇੱਕ ਨਵੀਂ ਰਸਤਾ ਦਿਖਾਇਆ, ਸਿੱਖ ਰਾਜ ਕਰਨ ਦੀ ਪ੍ਰੇਰਨਾ ਸਿੱਖੀ। ਜੇ ਚਮਕੌਰ ਦੀ ਗੜੀ ਤੋਂ ਪ੍ਰੇਰਿਤ ਹੋ ਕੇ ਮੈਂ ਸਮਝਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਸਰਹੰਦ ਫਤਿਹ ਕੀਤੀ। ਚਮਕੌਰ ਦੀ ਗੜੀ ਤੋਂ ਪ੍ਰੇਰਿਤ ਹੋ ਕੇ 1715 ਦੇ ਵਿੱਚ ਗੁਰਦਾਸ ਨੰਗਲ ਦੀ ਲੜਾਈ ਲੜੀ ਗਈ। 1715 ਤੋਂ ਬਾਅਦ ਸਾਰਾ ਗੜੀ ਦਾ ਅਗਰ ਯੁੱਧ ਹੋਈ ਹੈ ਤਾਂ ਉਹ ਵੀ ਚਮਕੌਰ ਦੀ ਗੜੀ ਨੂੰ ਤੋਂ ਪ੍ਰਭਾਵਿਤ ਹੋ ਕੇ ਹੋਈ ਹੈ। ਤਾਂ ਮੈਂ ਸਮਝਦਾ ਕਿ ਸਿੱਖ ਰਾਜ ਕਰਨ ਦੀ ਜਿਹੜੀ ਪਰੰਪਰਾ ਹੋਈ ਹੈ, ਸਿੱਖੀ ਨੂੰ ਜਿਹੜੀ ਜ਼ਿੰਦਗੀ ਮਿਲੀ ਉਹ ਚਮਕੌਰ ਸਾਹਿਬ ਤੋਂ ਮਿਲੀ ਹੈ। ਔਰ ਅੱਜ ਜਿੱਥੇ ਅਸੀਂ ਸਾਹਿਬਜ਼ਾਦਿਆਂ ਦੇ ਦਿਹਾੜੇ ਮਨਾ ਰਹੇ ਹਾਂ, ਸਮੁੱਚੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਗੁਰੂ ਮਹਾਰਾਜ ਆਪਣੇ ਇਹਨਾਂ ਸਾਹਿਬਜ਼ਾਦਿਆਂ ਦੇ ਵਿੱਚ ਸਾਨੂੰ ਦੇਖ ਕੇ ਗਏ ਨੇ ਔਰ ਕਹਿ ਕੇ ਗਏ ਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂੰਹ ਇਹ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਸਾਡੇ ਲੋਕਾਂ ਦੇ ਵਿੱਚ ਆਪਣੇ ਸਾਹਿਬਜ਼ਾਦਾ ਦੇਖਣਾ ਚਾਹੁੰਦੇ ਸੀ। ਸੋ ਮੈਂ ਬੇਨਤੀ ਕਰਾਂਗਾ ਸਮੁੱਚੀ ਸੰਗਤ ਨੂੰ ਆਪਣੇ ਬੱਚਿਆਂ ਨੂੰ ਗੁਰੂ ਵਾਲਾ ਬਣਾਈਏ, ਸਿੱਖੀ ਨਾਲ ਜੋੜੀਏ, ਬਾਣੀ ਅਤੇ ਬਾਣੇ ਦੇ ਨਾਲ ਜੋੜੀਏ, ਤਾਂ ਹੀ ਇਹ ਪਰਮ ਮਨਾਉਣੇ ਸਾਡੇ ਕਾਮਯਾਬ ਹੋਣਗੇ। ਅੱਜ ਅਸੀਂ ਵੱਡੇ ਸਾਹਿਬਜ਼ਾਦੇ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ। ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਉਹ ਸਥਾਨ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ। ਅਸੀਂ ਉੱਥੇ ਅੱਜ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਕਿਉਂਕਿ ਉਹਨਾਂ ਦੀ ਸ਼ਹਾਦਤ ਐਸੀ ਸ਼ਹਾਦਤ ਹੈ ਜਿਨ੍ਹਾਂ ਨੇ ਮੈਂ ਕਹਿੰਦਾ ਇਤਿਹਾਸ ਦੇ ਅੰਦਰ ਉਹ ਕਾਰਜ ਕੀਤੇ ਹਨ। ਛੋਟੀ ਉਮਰ ਦੇ ਅੰਦਰ ਆਪ ਸ਼ਹਾਦਤ ਵਾਸਤੇ ਆਪਣੇ ਪਿਤਾ ਕੋਲੋਂ ਕਲਗੀ ਸਜਾ ਕੇ ਜਾਣਾ। ਉਹ ਧੰਨ ਮੇਰਾ ਪਿਤਾ ਜਿਹੜਾ ਆਪ ਬੱਚਿਆਂ ਨੂੰ ਥਾਪੜਾ ਦੇ ਕੇ ਯੁੱਧ ਦੇ ਮੈਦਾਨ 'ਚ ਭੇਜਦਾ ਹੈ। ਨਹੀਂ ਤਾਂ ਅੱਜ ਦੇ ਦਿਹਾੜੇ ਜਦੋਂ ਸਾਡੇ ਬੱਚਿਆਂ ਦੀ ਸ਼ਹਾਦਤ ਹੁੰਦੀ ਹੈ, ਜੇ ਕਿਸੇ ਦੇ ਪਿਤਾ ਨੂੰ ਬੱਚੇ ਨੂੰ ਕਦੀ ਕਹਿਤਾ ਜਾਵੇ ਜੋ ਦੁੱਖ ਦੀ ਗੱਲ ਹੋਵੇ ਤੇ ਪਿਓ ਕਦੀ ਆਪਣੇ ਬੱਚੇ ਨੂੰ ਭੇਜ ਕੇ ਰਾਜੀ ਨਹੀਂ ਹੁੰਦਾ। ਪਰ ਧੰਨ ਮੇਰਾ ਪਿਤਾ ਜਿਹਨੇ ਆਪਣੇ ਬੱਚਿਆਂ ਨੂੰ ਆਪ ਕਲਗੀਆਂ ਸਜਾ ਕੇ ਯੁੱਧ ਦੇ ਮੈਦਾਨ 'ਚ ਭੇਜਿਆ। ਅਸੀਂ ਮਹਾਰਾਜ ਆਪਣੇ ਪਿਤਾ ਨੂੰ ਸਲਾਮ ਕਰਨੇ ਆ, ਨਮਸਕਾਰ ਪ੍ਰਣਾਮ ਕਰਨੇ ਐਸੇ ਪਿਓ ਨੂੰ ਜਿਹਨੇ ਆਪਣੇ ਬੱਚਿਆਂ ਨੂੰ ਸ਼ਹਾਦਤ ਦਾ ਜਾਮ ਆਪ ਪਿਆਇਆ, ਆਪ ਦਾੜਾ ਬਣਾ ਕੇ ਭੇਜਿਆ। ਮੈਂ ਇਹੀ ਬੇਨਤੀ ਕਰਾਂਗਾ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਇਤਿਹਾਸ ਤੋਂ ਜਾਣੂ ਹੋਣ ਕਿ ਸ਼ਹਾਦਤਾਂ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਦੀਆਂ, ਮਾਤਾ ਗੁਜਰ ਕੌਰ ਦੀ, ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੀ, ਸਾਹਿਬ ਸ਼੍ਰੀ ਗੁਰੂ ਤੇਗ ਸਾਹਿਬ ਮਹਾਰਾਜ ਦੀ ਪੂਰਾ ਸਰਬੰਸ ਵਾਰ ਕੇ ਇੱਕੋ ਹੀ ਚੀਜ਼ ਮੰਗੀ
ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਉਹ ਕਈ ਹਜ਼ਾਰ ਦਾ ਨਾਮ ਦਰਜ ਕਰਾ ਕੇ ਗੁਰੂ ਵਾਲੇ ਬਣੀਏ। ਗੁਰਸਿੱਖੀ ਦਾ ਜੀਵਨ ਬਾਣੀ ਦੇ ਬਾਰੇ ਧਾਰਨੀ ਹੋਈ ਹੈ। ਅੱਜ ਗੁਰਦੁਆਰਾ ਦਮਦਮਾ ਸਾਹਿਬ ਦਿੱਲੀ ਵਿਖੇ ਇਹਨਾਂ ਵੱਡੇ ਸਾਹਿਬਜ਼ਾਦਿਆਂ ਦਾ ਅੱਜ ਅਸੀਂ ਇੱਥੇ ਹਰ ਸਾਲ ਦੀ ਤਰ੍ਹਾਂ ਦਿਨ ਮਨਾ ਰਹੇ ਹਾਂ। ਅੱਜ ਇੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਡਾਕਟਰ ਜਸਪਾਲ ਸਿੰਘ ਜੀ ਵਾइस ਚਾਂਸਲਰ ਪਟਿਆਲਾ ਯੂਨੀਵਰਸਿਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਜੀ ਕਾਲਕਾ ਔਰ ਕਿਤਨੀਆਂ ਹੀ ਸ਼ਖਸੀਅਤਾਂ ਇੱਥੇ ਅੱਜ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਮਨਾਉਣ ਲਈ ਆਪਣੇ ਵਿਚਾਰ ਰੱਖਣ ਲਈ ਇੱਥੇ ਆਈਆਂ ਹਨ। ਮੈਂ ਇਸ ਦਿਨ ਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ 2 ਸਰਹੰਦ ਦੇ ਵਿੱਚ ਤੇ 2 ਚਮਕੌਰ ਦੀ ਗੜੀ ਵਿੱਚ ਅੱਜ ਇਹ ਲਗਾਤਾਰ ਇਹ ਜੋ ਦਿਨ ਹੈ ਇਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂ ਜ਼ਿਲ੍ਹੇ ਠੰਡ ਦਾ ਬੜਾ ਜ਼ੋਰ ਹੁੰਦਾ ਹੈ। ਅੱਜ ਇੱਥੇ ਵੀ ਸੰਗਤ ਜਿਹੜੀ ਹੈ ਠੰਡ ਦੀ ਵਜ੍ਹਾ ਨਾਲ ਤੇ ਕਰੋਨਾ ਦੀ ਵਜ੍ਹਾ ਨਾਲ ਇੱਥੇ ਸੰਗਤ ਜੋ ਹੈ ਥੋੜੀ ਆਈ ਹੈ। ਮੈਂ ਇੱਕ ਵਾਰੀ ਫਿਰ ਸਾਰੀ ਆਈ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਅੱਜ ਇੱਥੇ ਦਰਸ਼ਨ ਦਿੱਤੇ ਹਨ। ਦੇਖੋ ਦਿੱਲੀ ਦੇ ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ। ਵੱਡੇ ਸਾਹਿਬਜ਼ਾਦਿਆਂ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਇਹਨਾਂ ਦੀ ਸ਼ਹਾਦਤ ਜਿਹੜੀ ਹੈ ਉਸ ਦਾ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਦੁਨੀਆ ਵਿੱਚ ਸਾਨੀ ਨਹੀਂ। ਕਿਸੇ ਇਤਿਹਾਸ ਵਿੱਚ ਕਿਸੇ ਦੁਨੀਆ ਭਰ ਦੇ ਤੁਸੀਂ ਸਾਰੀਆਂ ਲਿਖਤਾਂ ਪੜ੍ਹ ਲਓ, ਜੋ ਸ਼ਹਾਦਤ ਸਾਹਿਬਜ਼ਾਦਿਆਂ ਦੀ ਹੈ ਉਸ ਦਾ ਕੋਈ ਹੋਰ ਮਿਸਾਲ ਸਾਨੂੰ ਇਤਿਹਾਸ 'ਚੋਂ ਨਹੀਂ ਮਿਲਦੀ। ਔਰ ਵੱਡੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਕਹਿ ਰਹੇ ਨੇ ਕਿ ਚਿਹਾਂ ਛੂਤ ਕੇ ਚੂੰ ਬਚਗਾ ਕੁਛ ਤਾਂ ਚਾਰ ਕੇ ਬਾਕੀ ਬਿਮਾਦਸਤ ਪੇਚੀ ਦਾ ਮਾਰ ਜੇ ਮਰਦੀ ਕਿ ਅਗਰ ਖਾਮੋਸ਼ਾਂ ਸੁਣੀ ਕੇ ਆਤਸ਼ ਕੀ ਹੋਇਆ 4 ਮਰ ਗਏ ਹਜ਼ਾਰਾਂ ਮੇਰੇ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ चार मुए तो क्या हुआ जीवत के 1000। जो शहादत है साहिबजादियां दी मैं फिर कह रहा कि ਉਹਦੀ ਕੋਈ ਹੋਰ ਦੂਸਰੀ ਮਿਸਾਲ ਸਾਨੂੰ ਦੁਨੀਆ ਦੇ ਇਤਿਹਾਸ 'ਚ ਨਹੀਂ ਮਿਲਦੀ। दशम पातशाह साहिब श्री गुरु गोबिंद सिंह जी के छोटे साहिबजादे बाबा जोरावर सिंह जी, बाबा फतेह सिंह जी और जगत माता गुजर कौर जी की अदुੱਤੀ शहादत ਨੂੰ समर्पित गुरुद्वारा श्री बिबानगढ़ साहिब छावनी बूढ़ा दल विखे विशेष धार्मिक समागम उलीके जाते हैं। इस संबंधी बाबा बलबीर सिंह मुखी बूढ़ा दल 96 करोड़ी ने दस्सिया कि शहीदी जोड़ मेले के चारों दिन 25 दिसंबर तो 28 दिसंबर तक गुरुद्वारा श्री बिबानगढ़ साहिब विखे विशेष धार्मिक प्रोग्राम करवाए जाते हैं। उन्होंने दस्सिया कि इन्हां दिनों दौरान श्री अखंड पाठ साहिब के भोग पाए जाने उपरंत चारों दिन गुरु जी के अटुट लंगर वरताए जाते हैं। 28 दिसंबर को गुरुद्वारा श्री बिबानगढ़ बूढ़ा दल छावनी तो विशाल मुहल्ला सजाया जाता है तो गुरु दियां डालिया फौजां वालों बाबा बंदा सिंह बहादुर इंजीनियरिंग कॉलेज के मैदान में निहंग सिंह वालों गतके के दिलकश दृश्य और घोड़ सवारी के जंगजू करतब विखाए जाते हैं। बहुत वड्डे जिहड़े प्रोग्राम शहीदी जोड़ मेल मनाए जाते हैं हर साल फतेहगढ़ साहब की पावन धरती ते। उत्थे ही गुरुद्वारा बिबानगढ़ साहब विखे जिथे श्रोमणी पंथ अकाली बुढ़ा दल पंजवां तख्त वालों हर साल जिहड़ा दीवान भी चलाए जाते हैं, दीवान लाए जाते हैं तो गुरु के लंगर जिहड़े अतुट वरताए जाते हैं। श्री गुरु ग्रंथ साहिब जी के अखंड पाठ साहिब के भोग भी पाए जाते हैं। गुरुद्वारा बिबानगढ़ साहब जिथे संगतां दे रहन बहन का विशाल प्रबंध किया जाता है, उत्थे भी लंगरां दे भी घट्टो घट्ट 5-6 लंगर जिहड़े ने गुरुद्वारा बिबानगढ़ साहब विखे लगाए जाते हैं हर साल ही। तो मैं जिवें समूह गुरु नानक नामदेवा संगतां नूं बेनती करदा जिहड़े तिन्ने दिन ते 28 तरीक नूं जिहड़ा माता गुजर कौर जी का शहीदी जिहड़ा पुरब मनाया जाता है निहंग सिंह जथेबंदियां वल्लों भी संगतां दे सहयोग दे नाल ते विशाल जिहड़ा महल्ला सजाया जाता है गुरुद्वारा बिबानगढ़ साहब तो श्रोमणी पंथ अकाली बुढ़ा दल पंजवां तख्त के मुखी की अगवाई दे विच निशान साहिबान की ताबिया ते 24, 25, 26, 27, 28 तक जिहड़े विशाल जिहड़े महल्ले ते नाल ही जिहड़े अपने जोड़ मेले मनाए जाने ने। उवें ही चारे दिन जिहड़े ने
ਗੁਰੂ ਦੇ ਲੰਗਰ ਜਿੱਥੇ ਅਟੁੱਟ ਵਰਤਾਏ ਜਾਣੇ ਨੇ, ਉੱਥੇ ਚਾਰੇ ਦਿਨ ਜਿਹੜੇ ਦੀਵਾਨ ਵੀ ਧਾਰਮਿਕ ਦੀਵਾਨ ਸਜਣਗੇ ਤੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਵੀ ਜਿਹੜਾ ਚਾਰੇ ਦਿਨ ਜਿਹੜਾ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਤਿਆਰ ਕੀਤਾ ਜਾਵੇਗਾ। ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਬਾਣੀ ਬਾਣੇ ਦੇ ਧਾਰਨੀ ਹੋਈਏ। ਪਟਿਆਲਾ ਦੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਮਾਤਾ ਗੁਜਰੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਏ ਗਏ। ਸੱਚਖੰਡ ਵਾਸੀ ਬਾਬਾ ਗੁਰਬਚਨ ਸਿੰਘ ਜੀ ਕੰਬਲੀ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਸੰਤ ਬਾਬਾ ਨਛੱਤਰ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਨਗਰ ਕੀਰਤਨ ਦੀ ਰਵਾਨਗੀ ਹੋਈ, ਜੋ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਗੁਰਦੁਆਰਾ ਸੰਤ ਕੰਬਲੀ ਵਾਲਿਆਂ ਵਿਖੇ ਸਮਾਪਤ ਹੋਇਆ। ਇਹ ਵਿਸ਼ਾਲ ਨਗਰ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਚੱਲ ਕੇ ਛੋਟੇ ਸਾਹਿਬਜ਼ਾਦੇ ਔਰ ਸਮੂਹ ਸ਼ਹੀਦ ਬਾਬਾ ਅਜੀਤ ਸਿੰਘ ਜਹਾਜ਼ ਅੱਜ ਚਮਕੌਰ ਦੀ ਗੜੀ 'ਚ ਸ਼ਹੀਦ ਕੀਤੇ ਗਏ ਨੇ। ਚਾਰੇ ਸਾਹਿਬਜ਼ਾਦੇ ਦੇ ਸਮੂਹ ਸ਼ਹੀਦਾਂ ਦੇ ਯਾਦ 'ਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸੰਤ ਕੰਬਲੀ ਵਾਲੇ ਪਹੁੰਚਦਾ। ਇਹਦਾ ਇਹ ਚਾਹਨਾ ਵੀ ਇਹ ਸੰਗਤ ਨੂੰ ਪਤਾ ਲੱਗ ਜਾਵੇ ਸ਼ਹੀਦ ਕੌਣ ਹੁੰਦੇ ਨੇ, ਸ਼ਹੀਦੀਆਂ ਦੇਣੀਆਂ ਕਿਵੇਂ ਨੇ। ਸ਼ਹੀਦ ਕਹਿਣਾ ਸਿਖਾਲਾ ਤੇ ਜਦ ਕੁਰਬਾਨੀ ਦੇਣੀ ਪੈਂਦੀ ਹੈ ਉਦੋਂ ਪਤਾ ਲੱਗਦਾ ਵੀ ਸ਼ਹੀਦ ਹੈ। ਉਹ ਸ਼ਹੀਦਾਂ ਦਾ ਪ੍ਰਥਾਏ ਅੱਜ ਸਾਰੇ ਸੰਸਾਰ 'ਚ ਉਹ ਬਾਬਾ ਦੀਪ ਸਿੰਘ ਨੂੰ ਇਹ ਜਿਹੜੇ ਸਮੂਹ ਸ਼ਹੀਦ ਨੇ ਇਹਨਾਂ ਦੇ ਪੂਰਿਆਂ ਤੇ ਸਾਡਾ ਫਰਜ਼ ਬਣਦਾ, ਸਾਨੂੰ ਇਹਨਾਂ ਦੇ ਪੂਰਿਆਂ ਤੇ ਚੱਲਣਾ ਚਾਹੀਦਾ। ਪਿਛਲੇ 15-20 ਸਾਲਾਂ ਤੋਂ ਵਿਕਾਸ ਨੂੰ ਤਰਸ ਰਹੀ ਰਾਏਕੋਟ ਸ਼ਹਿਰ ਦੀ ਬੈਂਕ ਕਲੋਨੀ ਦੇ ਵਸਨੀਕਾਂ ਦੀ ਆਸਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਬੀਤੀ ਦੇਰ ਸ਼ਾਮ ਇੱਕ ਸੰਖੇਪ ਸਮਾਗਮ ਦੌਰਾਨ MP ਡਾਕਟਰ ਅਮਰ ਸਿੰਘ ਅਤੇ ਹਲਕਾ ਇੰਚਾਰਜ ਕਾਮਿਲ ਬੋਪਾ ਰਾਏ ਨੇ ਟੱਕ ਲਗਾ ਕੇ ਵਿਕਾਸ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕਲੋਨੀ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਦੇ ਵਿਕਾਸ ਨੂੰ ਤਰਸ ਰਹੀ ਬੈਂਕ ਕਲੋਨੀ ਦੀਆਂ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਤੇ ਹੋਰ ਵੀ ਲੋੜੀਂਦੇ ਕੰਮ ਕਰਵਾਏ ਜਾਣਗੇ, ਜਿਸ ਤਹਿਤ ਕਲੋਨੀ ਦੀਆਂ 40 ਗਲੀਆਂ ਵਿੱਚ ਇੰਟਰਲੋਕਿੰਗ ਟਰਾਈਲਾਂ ਲਗਵਾਈਆਂ ਜਾਣਗੀਆਂ। ਇਨ੍ਹਾਂ ਕੰਮਾਂ ਤੇ 79 ਲੱਖ ਦੇ ਕਰੀਬ ਖਰਚ ਆਵੇਗਾ। ਪਟਿਆਲਾ ਦਾ ਰਹਿਣ ਵਾਲੇ ਦਲਜਿੰਦਰ ਸਿੰਘ ਭਾਰਤੀ ਹਵਾਈ ਸੈਨਾ ਵਿੱਚ ਫਲਾਈਂਗ ਸ਼ਾਖਾ ਕਮਿਸ਼ਨ ਵਿੱਚ ਚੁਣਿਆ ਗਿਆ। ਇਸ ਸੰਬੰਧੀ ਸਾਡੇ ਪੱਤਰਕਾਰ ਅਮਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਦਲਜਿੰਦਰ ਸਿੰਘ ਦੀ ਮਾਤਾ ਪ੍ਰਭਜੋਤ ਕੌਰ ਨੇ ਕਿਹਾ ਕਿ ਦਲਜਿੰਦਰ ਛੋਟੇ ਹੁੰਦੇ ਤੋਂ ਹੀ ਪਾਇਲਟ ਬਣਨਾ ਚਾਹੁੰਦਾ ਸੀ। ਉਸ ਦਾ ਇਹ ਸੁਪਨਾ ਅੱਜ ਪੂਰਾ ਹੋਣ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ। ਉਹਨਾਂ ਦੱਸਿਆ ਕਿ ਦਲਜਿੰਦਰ ਸਿੰਘ ਨੇ ਮੁੱਢਲੀ ਪੜ੍ਹਾਈ ਪਟਿਆਲਾ ਦੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਤੋਂ ਪੂਰੀ ਕੀਤੀ ਹੈ। ਬਾਅਦ ਵਿੱਚ ਦਲਜਿੰਦਰ ਸਿੰਘ ਨੇ ਮੋਹਾਲੀ ਦੀ ਇੱਕ ਅਕੈਡਮੀ ਤੋਂ NDA ਦੀ ਤਿਆਰੀ ਕਰਨ ਤੋਂ ਬਾਅਦ ਉਸ ਦੀ ਭਾਰਤੀ 에ਅਰ ਫੋਰਸ ਵਿੱਚ ਚੋਣ ਹੋਈ ਹੈ। ਦਲਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਇਸ ਮੁਕਾਮ ਤੇ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਅੱਜ ਪਟਿਆਲਾ ਵਿਖੇ ਮੌਜੂਦ ਹਾਂ, ਜਿੱਥੇ ਕਿ 23 ਸਾਲਾ ਨੌਜਵਾਨ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਜਜ਼ਬੇ ਨੂੰ ਸਲਾਮ ਹੈ। ਤਸਵੀਰਾਂ ਤੁਹਾਨੂੰ ਦਿਖਾ ਦਈਏ, ਪਟਿਆਲਾ ਵਿੱਚ ਮੌਜੂਦ ਹਾਂ। ਤੁਸੀਂ ਦੇਖ ਸਕਦੇ ਹੋ ਫਲਾਈਂਗ ਅਫਸਰ ਬਣੇ ਨੇ, ਜੋ ਕਿ ਵਾਯੂ ਸੈਨਾ ਦੇ ਵਿੱਚ ਪਰਿਵਾਰ ਵੱਲੋਂ ਜਿਹੜਾ ਹੈ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਹੁਣ ਉਹਨੇ ਜਿਹੜਾ ਪਰਿਵਾਰ ਦੇ ਵਿੱਚ ਪਹੁੰਚਿਆ, ਮਾਤਾ ਪਿਤਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਨੌਜਵਾਨ ਪੰਜਾਬ ਦੇ ਨਸ਼ੇੜੀ ਨੇ। ਇਹੀ ਨੌਜਵਾਨ ਹੈ ਜੋ ਕਿ ਆਪਣੇ ਤੇ ਆਪਣੇ ਪਰਿਵਾਰ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ। ਸਾਡੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਸਿੱਖੀ ਨੌਜਵਾਨ ਯਾਨੀ ਕਿ ਆਪਣੇ ਦਸਤਾਰ ਦੇ ਵਿੱਚ ਜਿਹੜਾ ਆਪਣੇ ਤੇ ਆਪਣੇ ਪਰਿਵਾਰ ਦਾ ਨਾਮ ਵੀ ਰੋਸ਼ਨ ਕੀਤਾ ਹੈ। ਲਗਾਤਾਰ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਸੀ, ਉਹੀ 23 ਸਾਲਾ ਨੌਜਵਾਨ ਨੇ ਜਿੱਥੇ ਕਿ ਆਪਣੇ ਤੇ ਆਪਣੇ ਪਰਿਵਾਰ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਉਸ ਲੜਕੇ ਦੇ ਨਾਲ ਜਿਹਨੇ 23 ਸਾਲਾ ਨੌਜਵਾਨ ਨੇ ਪੂਰੇ ਪੰਜਾਬ ਦਾ ਕੀ ਆਪਣੇ ਪਰਿਵਾਰ ਦਾ ਕੀ ਨਾਮ ਰੋਸ਼ਨ ਕੀਤਾ ਹੈ। ਗੱਲਬਾਤ ਕਰਦੇ ਉਹਨਾਂ ਦੇ ਨਾਲ। ਬਾਈ ਜੀ, ਕਿੱਦਾਂ ਮਹਿਸੂਸ ਹੋ ਰਿਹਾ? ਤੁਸੀਂ ਘਰੇ ਹੋਏ ਅੱਜ ਤੁਹਾਡੇ ਪਰਿਵਾਰ ਨੇ ਮੂੰਹ ਮਿੱਠਾ ਕਰਵਾਇਆ ਤੇ ਤੁਸੀਂ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਜੀ, ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ। ਪਹਿਲੀ ਗੱਲ ਤਾਂ ਮੈਂ ਸਾਲ ਬਾਅਦ ਘਰੇ ਆਇਆ, ਸੋ ਖੁਸ਼ੀ ਦੀ ਗੱਲ ਤਾਂ ਹੈਗੀ ਹੈ। ਘਰਦਿਆਂ ਨੂੰ ਖੁਸ਼ ਦੇਖ ਕੇ ਹੋਰ ਵੀ ਵਧੀਆ ਲੱਗ ਰਿਹਾ। ਬਾਕੀ ਦੇਖਦੇ ਹਾਂ ਅੱਗੇ ਦਾ ਕੀ ਪਲੈਨਿੰਗ ਹੈ। ਕਿੱਦਾਂ ਲੱਗ ਰਿਹਾ ਤੁਹਾਨੂੰ ਭਾਈ? ਤੁਸੀਂ ਸੋਚਿਆ ਸੀ ਕਿ ਅਸੀਂ ਐਡੇ ਵੱਡੇ ਅਹੁਦੇ ਤੇ ਜਾਵਾਂਗੇ ਦਸਤਾਰ ਦੇ ਰੂਪ ਦੇ ਵਿੱਚ? ਕਿਉਂਕਿ ਜ਼ਿਆਦਾਤਰ ਦਸਤਾਰ ਦੇ ਰੂਪ 'ਚ ਆਪਾਂ ਬਹੁਤ ਘੱਟ ਦੇਖੇ ਨੇ, ਕਿਉਂਕਿ ਜ਼ਿਆਦਾ ਮਾਤ ਪੈਂਦੀ ਹੈ ਦਸਤਾਰ ਦੇ ਜਿਹੜੇ ਸਿੱਖੀ ਦੇ ਪਹਿਰਾਵੇ ਦੇ ਵਿੱਚ ਹੁੰਦੇ ਨੇ। ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਪੱਗ ਬੰਨ੍ਹਣਾ ਤਾਂ ਪ੍ਰਾਊਡ ਵਾਲੀ ਗੱਲ ਹੈ। ਸਾਨੂੰ ਸਾਰਿਆਂ ਨੂੰ ਪੱਗ ਬੰਨ੍ਹਣੀ ਚਾਹੀਦੀ ਹੈ। ਅਤੇ ਰਾਦਰ ਇੱਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਕਿ ਦਸਤਾਰ ਵਿੱਚ ਦੇਖੇ ਨਹੀਂ ਜਾਂਦੇ। ਜੇ ਤੁਸੀਂ ਆ ਕੇ ਦੇਖੋ ਕਿਤੇ ਵੀ ਪੰਜਾਬੀ ਹਰ ਥਾਂ 'ਤੇ ਟੌਪ ਕਰ ਰਹੇ ਆ। ਜਿਨ੍ਹਾਂ ਨੇ ਪੱਗਾਂ ਬੰਨੀਆਂ ਉਹ ਹਰ ਥਾਂ 'ਤੇ ਅੱਗੇ ਲੱਗੇ ਹੋਏ ਆ। ਪੂਰੀ ਆਰਮੀ ਪੰਜਾਬ ਚਲਾ ਰਿਹਾ, ਪੂਰੀ ਏਅਰ ਫੋਰਸ ਪੰਜਾਬ ਹੀ ਚਲਾ ਰਿਹਾ। ਪਰ ਪੜ੍ਹਾਈ ਦੀ ਗੱਲ ਕੀਤੀ ਜਾਵੇ, ਕਿੱਥੋਂ ਤੁਸੀਂ ਪੜ੍ਹਾਈ ਕੀਤੀ? ਕਿ ਤੁਹਾਨੂੰ ਏਮ ਹੈਗਾ ਸੀ ਮਨ ਦੇ ਵਿੱਚ ਵੀ ਇੱਥੇ ਅਸੀਂ ਜੁਆਇਨਿੰਗ ਕਰ ਜਾਵਾਂਗੇ, ਇੰਨਾ ਨਾਮ ਰੋਸ਼ਨ ਕਰਾਂਗੇ? ਹਾਂਜੀ, ਏਮ ਤਾਂ ਮੇਰਾ ਸ਼ੁਰੂ ਤੋਂ ਕਲੀਅਰ ਹੀ ਸੀਗਾ। ਵੈਸੇ 10ਵੀਂ ਤੱਕ ਮੇਰੀ ਪੜ੍ਹਾਈ ਮਾਡਰਨ ਸਕੂਲ ਪਟਿਆਲਾ ਤੋਂ ਹੈ। 11ਵੀਂ 12ਵੀਂ ਮੋਹਾਲੀ ਕੀਤੀ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ, ਅਤੇ ਉਹ ਤੋਂ ਬਾਅਦ ਮੈਂ NDA ਰਿਹਾ। ਗ੍ਰੈਜੂਏਸ਼ਨ ਮੇਰੀ NDA ਹੋਈ
ਜਿੱਥੇ ਤੇ ਉਹਦੇ ਤੋਂ ਬਾਅਦ ਮੈਂ AFA ਪਹੁੰਚਿਆ, ਜਿੱਥੇ ਮੈਂ ਸਾਲ ਲਾਇਆ ਤੇ ਫਲਾਈਂਗ ਟ੍ਰੇਨਿੰਗ ਕੀਤੀ। ਹੁਣ ਅਗਲਾ ਭਾਜੀ ਪਲਾਨ ਕੀ ਹੈ ਤੁਹਾਡਾ ਹੁਣ? ਮੇਰਾ ਅਗਲਾ ਪਲਾਨ ਹੈ ਜੀ, ਮੈਂ ਹੁਣ ਪਾਇਲਟ ਤਾਂ ਆਲਰੇਡੀ ਬਣ ਚੁੱਕਿਆ, ਮੈਂ ਫਲਾਈਂਗ ਵਿੱਚ ਆ ਚੁੱਕਿਆ, ਬਟ ਹਜੇ ਵੀ ਕੰਮ ਪੂਰਾ ਨਹੀਂ ਹੋਇਆ, ਹਜੇ ਲੌਂਗ ਵੇ ਟੂ ਗੋ। ਤੇ ਹੋਪਫੁਲੀ ਜਿੱਥੇ ਵੀ ਜਾਵਾਂਗੇ ਉੱਥੇ ਬੈਸਟ ਹੀ ਰਹਾਂਗੇ, ਜਿਵੇਂ ਹੁਣ ਤੱਕ ਕਰਦੇ ਆਏ ਹਾਂ, ਤੇ ਅੱਗੇ ਵੀ ਟੌਪ ਕਰਾਂਗੇ। ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਇਆਂ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰੋਹ ਦੇ 5 ਮੈਂਬਰਾਂ ਵਿੱਚੋਂ 3 ਮੈਂਬਰ ਭੱਜਣ ਵਿੱਚ ਕਾਮਯਾਬ ਰਹੇ ਨੇ। ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਨੂੰ ਗੁਰੂ ਹਰਸਾਹਿਬ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਜਾਰੀ ਹੈ। ਫਿਲਹਾਲ ਇਸ ਬੁਲੇਟਿਨ ਵਿੱਚ ਇੰਨਾ ਹੀ। ਜਾਂਦੇ ਇੱਕ ਨਜ਼ਰ ਮਾਰਦੇ ਹਾਂ ਭਾਰਤ ਦੇ ਮੌਸਮ ਦੇ ਹਾਲ ਤੇ। ਵੈਦਰ ਬ੍ਰੈਂਡਿੰਗ ਪਾਵਰਡ ਬਾਈ ਗੋਦਰ ਈਜੀ ਲਿਕੁਇਡ ਡਿਟਰਜੈਂਟ।